ਚੋਣ ਪ੍ਰਚਾਰ ਨੂੰ ਧਾਰ ਦੇਣ ਦੇ ਵਿੱਚ ਜੁਟੀ ਕਾਂਗਰਸ ਜਾਖੜ ਦੀ ਅਗਵਾਈ ਦੇ ਵਿੱਚ ਕੈਂਪੇਨ ਕਮੇਟੀ ਦੀ ਬੈਠਕ ਸ਼ੁਰੂ। ਸੀਐਮ ਚੰਨੀ ਅਤੇ ਸਿੱਧੂ ਨਾਲ ਕਰ ਰਹੇ ਮੰਥਨ। ਸਿੱਧੂ ਬੋਲੇ ਇਕੱਠੇ ਹੋ ਕੇ ਜਿੱਤਾਂਗੇ 2022 ਦੀ ਚੋਣ। ਕੇਜਰੀਵਾਲ ਦਾ ਮਿਸ਼ਨ ਪੰਜਾਬ ਜਾਰੀ। ਥੋੜੀ ਦੇਰ ਦੇ ਵਿੱਚ ਪਹੁੰਚਣਗੇ ਜਲੰਧਰ। ਆਮ ਆਦਮੀ ਪਾਰਟੀ ਸੁਪਰੀਮੋ ਤਿਰੰਗਾ ਯਾਤਰਾ ਦੀ ਕਰਨਗੇ ਅਗਵਾਈ। ਪੰਜਾਬ ਦੇ ਵਿੱਚ ਟੋਲ ਖੁੱਲਣ ਨੂੰ ਲੈ ਕੇ ਫਸਿਆ ਨਵਾਂ ਪੇਚ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੋਂ ਬਾਅਦ ਨੱਖੋਵਾਲ ਨੇ ਵੀ ਧਰਨੇ ਜਾਰੀ ਰੱਖਣ ਦੇ ਦਿੱਤੇ ਸੰਕੇਤ। ਕਿਹਾ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਜਲਦ ਲੈਣਗੀਆਂ ਫੈਸਲਾ। ਕਰਜ਼ ਮਾਫੀ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਕਿਸਾਨਾਂ ਦੇ ਵਿਚਾਲੇ ਵਧੀ ਤਕਰਾਰ। ਸੀਐਮ ਦੇ ਵੱਲੋਂ ਮੀਟਿੰਗ ਮੁਲਤਵੀ ਕਰਨ ਤੇ ਭੜਕੇ ਰਾਜੇਵਾਲ। ਬੋਲੇ ਬਹਾਨੇਬਾਜ਼ੀ ਕਰ ਰਹੀ ਹੈ ਸਰਕਾਰ। 20 ਤਰੀਕ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਤੋਂ ਇਨਕਾਰ। ਟਿਕਰੀ ਅਤੇ ਸਿੰਘੂ ਤੋਂ ਬਾਅਦ ਗਾਜ਼ੀਪੁਰ ਬਾਰਡਰ ਤੋਂ ਵੀ ਕਿਸਾਨਾਂ ਨੇ ਕੀਤੀ ਘਰ ਵਾਪਸੀ। ਰਾਕੇਸ਼ ਟਕੈਤ ਦੀ ਅਗਵਾਈ ਦੇ ਵਿੱਚ ਜਸ਼ਨ ਮਨਾਉਂਦਿਆਂ ਹੋਏ ਰਵਾਨਾ। ਸਤਿ ਸ੍ਰੀ ਅਕਾਲ, ਸਵਾਗਤ ਹੈ ਗੌਰਵ ਸ਼ੁਕਲਾ। ਮੈਂ ਹਾਂ ਤੁਹਾਡੇ ਨਾਲ। ਅਖਾੜਾ 2022 ਜਿਹਾਂ 22 ਦੀਆਂ ਚੋਣਾਂ ਤੋਂ ਪਹਿਲਾਂ ਇਸ ਸਮੇਂ ਹਰ ਸਿਆਸੀ ਪਾਰਟੀ ਪੂਰਾ ਜ਼ੋਰ ਲਗਾ ਰਹੀ ਹੈ ਲੋਕਾਂ ਤੱਕ ਪਹੁੰਚ ਕਰਨ ਦੇ ਲਈ ਤੇ ਰਣਨੀਤੀ ਬਣਾਉਣ ਦੇ ਲਈ। ਪੰਜਾਬ ਕਾਂਗਰਸ ਕੈਂਪੇਨ ਕਮੇਟੀ ਦੀ ਪਹਿਲੀ ਬੈਠਕ ਸ਼ੁਰੂ ਹੋ ਚੁੱਕੀ ਹੈ। ਸੁਨੀਲ ਜਾਖੜ ਜੋ ਲਗਾਏ ਗਏ ਨੇ ਚੇਅਰਮੈਨ ਇਸ ਕਮੇਟੀ ਦੇ, ਉਹ ਪ੍ਰਧਾਨਗੀ ਕਰ ਰਹੇ ਨੇ। ਉਹਨਾਂ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਸ਼ੁਰੂ ਹੋਈ ਹੈ। ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਮੰਥਨ ਸੁਨੀਲ ਜਾਖੜ ਕਰ ਰਹੇ ਨੇ। ਚੋਣਾਂ ਨੂੰ ਲੈ ਕੇ ਅੱਜ ਦੀ ਮੀਟਿੰਗ ਬਹੁਤ ਅਹਿਮ ਹੈ। ਨਵਜੋਤ ਸਿੰਘ ਸਿੱਧੂ ਦਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮਜ਼ਬੂਤ ਅਤੇ ਯੋਜਨਾਬੱਧ ਤਰੀਕੇ ਦੇ ਨਾਲ ਚੋਣ ਲੜਾਂਗੇ। ਇਹ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕਿਹਾ ਗਿਆ ਤੇ ਕਿਹਾ ਕਿ ਸ਼ਾਮ 4 ਵਜੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਵੀ ਮੀਟਿੰਗ ਕਰਾਂਗਾ। ਤਾਂ ਸ਼ਾਮ 4 ਵਜੇ ਨਵਜੋਤ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ, ਜਿਹੜੇ 28 ਜ਼ਿਲ੍ਹਾ ਪ੍ਰਧਾਨ ਪੰਜਾਬ ਭਰ ਦੇ ਵਿੱਚ ਐਲਾਨੇ ਗਏ ਸੀ ਇੱਕ ਦਿਨ ਪਹਿਲਾਂ, ਉਹਨਾਂ ਦੇ ਨਾਲ ਮੀਟਿੰਗ ਕੀਤੀ ਜਾਵੇਗੀ। ਪਰ ਅੱਜ ਦੀ ਮੀਟਿੰਗ ਬਹੁਤ ਖਾਸ ਹੈ ਕਿਉਂਕਿ ਸਿੱਧੂ ਦੇ ਪ੍ਰਧਾਨਗੀ ਸੰਭਾਲਣ ਤੋਂ ਬਾਅਦ, ਕੈਪਟਨ ਨੂੰ ਅਹੁਦੇ ਤੋਂ ਹਟਾਉਣ ਤੋਂ ਬਾਅਦ, ਮੁੱਖ ਮੰਤਰੀ ਚੰਨੀ ਦੇ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਇਹ ਪਹਿਲਾ ਮੌਕਾ ਦਿਖ ਰਿਹਾ ਹੈ ਜਦੋਂ ਇਹ ਤਿੰਨੇ ਆਗੂ ਇੱਕ ਸਟੇਜ ਦੇ ਉੱਤੇ ਬੈਠ ਕੇ, ਇੱਕ ਬੈਠਕ ਦੇ ਵਿੱਚ ਬੈਠ ਕੇ ਮੀਟਿੰਗ ਕਰ ਰਹੇ ਹੋਣ ਜਾਂ ਮੁਲਾਕਾਤ ਕਰ ਰਹੇ ਹੋਣ। ਇਸ ਤੋਂ ਪਹਿਲਾਂ ਮੁਲਾਕਾਤਾਂ ਬੇਸ਼ੱਕ ਹੋਈਆਂ ਹੋਣ ਪਰ ਸੁਨੀਲ ਜਾਖੜ ਦੀ ਨਾਰਾਜ਼ਗੀ ਵੀ ਟਵਿੱਟਰ ਦੇ ਜ਼ਰੀਏ ਜ਼ਰੂਰ ਨਜ਼ਰ ਆਈ ਸੀ। ਪਰ ਇਸ ਵਿਚਾਲੇ ਸੁਨੀਲ ਜਾਖੜ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਜਿਸ ਦੇ ਵਿੱਚ ਉਹਨਾਂ ਨੂੰ ਕੈਂਪੇਨ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਇਹ ਅਹਿਮ ਮਹੱਤਵਪੂਰਨ ਬੈਠਕ ਚੱਲ ਰਹੀ ਹੈ। ਨਵਜੋਤ ਸਿੰਘ ਸਿੱਧੂ ਤੇ ਨਾਲ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਇਸ ਮੰਥਨ ਦੇ ਵਿੱਚ ਸ਼ਾਮਲ ਨੇ। वक्त के साथ साथ कुछ चीज़ों की अहमियत बढ़ जाती है। अहमियत कैंपेन कमेटी की इलेक्शन नज़दीक आने से और भी बढ़ जाती है। तो ये बहुत इम्पॉर्टेंट मीटिंग है। ख़ास तौर पे इसमें जाखड़ साहब की शमूलियत हुई है। संगठित हुई शक्ति जीत का कारण बनती है, विभाजित हुई शक्ति पतन का कारण बनती है। मेरे फादर साहब की जब बुक रिलीज़ हुई थी तो बलराम जाखड़ साहब ने की थी। तो उनकी एक पुरानी विरासत है, एक लेगेसी है। सयाने आदमी, गहरे हैं, इसलिए उनकी जो शमूलियत कैंपेन कमेटी द्वारा कांग्रेस के फोरफ्रंट में हुई है, मैं इसका स्वागत करता हूं। ख़ास तौर पे राहुल जी और प्रियंका जी और कांग्रेस प्रेसिडेंट जब बाजवा साहब, प्रताप बाजवा जी और जाखड़ साहब को लेके आए हैं तो कांग्रेस इससे मजबूत हुई है। जिस तरह से 2-3 नदियों का संगम होता है तो बहाव मुझे लगता है 3 गुना तगड़ा हो जाता है। तो सिद्धू साहब अगर बात करें, कल देखा है कि टीचर्स पे दोबारा से लाठीचार्ज होता है संगरूर में। सीएम साहब के वहाँ पे उनको बोलने नहीं दिया जाता, उनकी आवाज़ मजल की जाती है। आप तो हमेशा बोलते रहते हैं, आप तो हमेशा लोगों की आवाज़ उठाते हैं, तो आपको क्या लगता है कि ऐसे गैगिंग करनी जो अनएम्प्लॉयड टीचर्स है, इज इट जेन्युइन फॉर सीएम के लिए, जो सीएम कहता है कि मैं आम आदमी? इस चीज़ की अहमियत आज नहीं है, मैं इसका जवाब दे चुका हूँ दोस्त। आज की अहमियत जाखड़ साहब की ये जो मीटिंग है, मुझे न्योता आया था और मैं अपनी जिम्मेवारी समझता हूँ कि इस मीटिंग में हम कांग्रेस को और तगड़ा करें, संगठित तौर पे आगे बढ़ाएं और मिलजुल के योजनाबद्ध तरीके से
कांग्रेस की ये लड़ाई लड़े। सर एक 4 बजे आपकी भी मीटिंग है वो सर, जी एक 4 बजे। हाँ, वो डीसीसी प्रेसिडेंट हमने जो मतलब जैसे जैसे संगठन बनता जाएगा पर सर कांग्रेस की ताकत बढ़ती जाए। अनएम्प्लॉयड टीचर्स की आवाज उठानी चाहिए, आप हमेशा मैंने हमेशा उठाई है दोस्त, मैंने हमेशा कहा है कि लोकतंत्र में आवाज उठाना। पर जैसे बंद की गई कल सीएम साहब के यार तुम फिर इस चीज से वाले भी पनबस पीआरटीसी वाले भी देखो, मैं कहना धरना देना हरेक दा लोकतांत्रिक अधिकार है यार, ਤੇ ਮੈਂ ਤੇ ਆਪ ਧਰਨਿਆਂ ਦੇ ਵਿੱਚ ਖੜਾ ਹੋ ਜਾਣਾ। ਤੇ ਮੈਂ ਤੇ ਚਾਹਣਾ ਕਿ ਦੇਖੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਅਸੀਂ ਖੁਸ਼ ਰੱਖੀਏ। ਸਰਕਾਰ ਮਾਂ-ਬਾਪ ਦਾ ਦਰਜਾ ਹੁੰਦਾ ਸਰਕਾਰ ਦਾ ਵਕਾਰ ਹੁੰਦਾ। ਉਹ ਵਕਾਰ ਤਾਂ ਹੀ ਪੂਰਾ ਹੁੰਦਾ ਹੈ ਕਿ ਜੇ ਅਸੀਂ ਕਿਸੇ ਦੇ ਦੁੱਖ 'ਚ ਸ਼ਰੀਕ ਹੋ ਸਕੀਏ, ਜਿੰਨਾ ਪੂਰਾ ਕਰ ਸਕੀਏ, ਜਿੰਨਾ ਉਹਨਾਂ ਦਾ ਬੋਝ ਚੁੱਕ ਸਕੀਏ, ਉਹਨਾਂ ਦੇ ਦੁੱਖ ਨੂੰ ਆਪਣੇ ਮੋਢਿਆਂ ਤੇ ਹੰਢਾ ਸਕੀਏ, ਓਨੀ ਸਰਕਾਰ ਦੀ ਜ਼ਿੰਮੇਵਾਰੀ ਜ਼ਿਆਦਾ ਤਕੜੀ। ਤੇ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਮਿਲ ਕੇ ਅਸੀਂ ਰਣਨੀਤੀ ਬਣਾਵਾਂਗੇ, ਚੋਣ ਲੜਾਂਗੇ। ਬਹੁਤ ਅਹਿਮ ਇਸ ਮੀਟਿੰਗ ਨੂੰ ਕਿਹਾ ਜਾ ਰਿਹਾ ਜੋ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਹੋ ਰਹੀ ਹੈ। ਦੋ ਚੀਜ਼ਾਂ ਨੇ, ਪਹਿਲੀ ਕਿ ਇਸ ਮੀਟਿੰਗ ਦੇ ਵਿੱਚ ਕੈਂਪੇਨ ਨੂੰ ਲੈ ਕੇ ਕਾਂਗਰਸ ਰਣਨੀਤੀ ਬਣਾਏਗੀ, ਪਰ ਕਾਂਗਰਸ ਦੇ ਲਿਹਾਜ਼ ਨਾਲ ਇਸ ਕਰਕੇ ਵੀ ਇੰਪੋਰਟੈਂਟ ਹੈ ਪੂਰੀ ਮੀਟਿੰਗ ਹੋ ਜਾਂਦੀ ਹੈ ਕਿਉਂਕਿ ਇਹ ਤਿੰਨ ਵੱਡੇ ਆਗੂ ਇੱਕ ਟੇਬਲ ਦੇ ਉੱਤੇ ਬੈਠ ਕੇ ਅੱਜ ਗੱਲਬਾਤ ਕਰ ਰਹੇ ਨੇ। ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਚੰਡੀਗੜ੍ਹ ਪੰਜਾਬ ਕਾਂਗਰਸ ਭਵਨ ਤੋਂ। ਨੁਪਿੰਦਰ ਬਰਾੜ ਸਾਡੇ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ। ਨੁਪਿੰਦਰ, ਕੀ ਕੁਝ ਤੁਹਾਡੇ ਕੋਲ ਇਸ ਸਮੇਂ ਅਹਿਮ ਜਾਣਕਾਰੀ? ਬਹੁਤ ਅਹਿਮ ਮੀਟਿੰਗ ਇਸ ਨੂੰ ਕਿਹਾ ਜਾ ਰਿਹਾ ਹੈ ਅਗਰ ਕਾਂਗਰਸ ਦੇ ਪਰਸਪੈਕਟਿਵ ਤੋਂ ਦੇਖਿਆ ਜਾਵੇ। देखो बिल्कुल बड़ी महत्वपूर्ण मीटिंग है, मीटिंग शुरू हो चुकी है और कांग्रेस के लिहाज तो क्योंकि अगर आप सीधे तौर पर देखिए तो अगर चुनावी बिगुल है जो बेशक पहला वजह कहा जा सकता, पर असल दे विच चोण बिगुल उदों ही वजदा है जदों ਤਿਆਰੀਆਂ ਟੈਕਨੀਕਲੀ ਸ਼ੁਰੂ ਹੋ ਜਾਣੀ, ਯਾਨੀ ਟਿਕਟਾਂ ਕਿਹਨੂੰ ਦੇਣੀਆਂ ਨੇ, ਪ੍ਰਚਾਰ ਕਿਵੇਂ ਕਰਨਾ ਹੈ। ਜਦੋਂ ਇਹਨਾਂ ਚੀਜ਼ਾਂ ਦੀਆਂ ਤਿਆਰੀਆਂ ਰਣਨੀਤੀ ਘੜੀ ਜਾਣ ਲੱਗੇ ਤਾਂ ਉਹਨੂੰ ਅਸਲ ਦੇ ਵਿੱਚ ਕਹਾਂਗੇ ਕਿ ਚੋਣ ਬਿਗਲ ਵੱਜ ਰਿਹਾ। ਤਾਂ ਅੱਜ ਇਹ ਮਹੱਤਵਪੂਰਨ ਮੀਟਿੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਸਿੱਧੇ ਤੌਰ ਤੇ ਦੇਖੋ ਕੰਪੇਨ ਕਮੇਟੀ ਦੇ ਚੇਅਰਮੈਨ ਲਾਇਆ ਗਿਆ ਸੁਨੀਲ ਜਾਖੜ ਹੋਰਾਂ ਨੂੰ। ਸੁਨੀਲ ਜਾਖੜ ਜਦੋਂ ਪ੍ਰਧਾਨਗੀ ਚਲੀ ਗਈ ਉਸ ਤੋਂ ਬਾਅਦ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਦਾ ਨਾਂ ਜਿਹੜਾ ਹੈਗਾ ਕਿਤੇ ਨਾ ਕਿਤੇ ਚਰਚਾ ਦੇ ਵਿੱਚ ਆਇਆ, ਪਰ ਮੁੱਖ ਮੰਤਰੀ ਉਹ ਨਹੀਂ ਬਣ ਸਕੇ ਔਰ ਪ੍ਰਧਾਨਗੀ ਵੀ ਉਹਨਾਂ ਤੋਂ ਨਵਜੋਤ ਸਿੰਘ ਸਿੱਧੂ ਵੱਲ ਟਰਾਂਸਫਰ ਕਰ ਦਿੱਤੀ ਗਈ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਸੁਨੀਲ ਜਾਖੜ ਲਗਾਤਾਰ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਰਾਹੀਂ ਹਮਲਾਵਰ ਰਹੇ, ਚਾਹੇ ਉਹ ਚੰਨੀ ਸਰਕਾਰ ਦੇ ਕਈ ਕੰਮਾਂ ਤੇ ਸਵਾਲ ਚੁੱਕਣ ਨੂੰ ਲੈ ਕੇ ਹੋਵੇ, ਚਾਹੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਹੈਗੀ ਕਾਰਜ ਪ੍ਰਣਾਲੀ ਨੂੰ ਲੈ ਕੇ ਹੋਵੇ। ਉਹ ਲਗਾਤਾਰ ਜਿਹੜਾ ਹੈਗਾ ਆਪਣੀ ਬਿਆਨਬਾਜ਼ੀ ਦਿੰਦੇ ਨਜ਼ਰ ਆਏ। ਪ੍ਰਤਾਪ ਸਿੰਘ ਬਾਜਵਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਈਆਂ ਸੀ। ਤਾਂ ਪੂਰੇ ਹਾਲਾਤਾਂ ਦੇ ਵਿੱਚ ਲੱਗਦਾ ਹੈ ਕਿ ਵੱਡੇ ਚਿਹਰਿਆਂ ਨੂੰ ਇਕੱਠੇ ਕਰਕੇ ਕਿਵੇਂ ਮੂਹਰੇ ਪ੍ਰੋਜੈਕਟ ਕਰਨਾ, ਕਿਵੇਂ ਕਾਂਗਰਸ ਨੂੰ ਇੱਕ ਵਾਰ ਫਿਰ ਤੋਂ ਕਹਿ ਸਕਦੇ ਕਿ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੁਨੀਲ ਜਾਖੜ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ, ਪ੍ਰਤਾਪ ਬਾਜਵਾ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ, ਨਵਜੋਤ ਸਿੰਘ ਸਿੱਧੂ ਨੂੰ ਇਲੈਕਸ਼ਨ ਕਮੇਟੀ ਦਾ ਚੇਅਰਮੈਨ ਵੀ ਲਾ ਦਿੱਤਾ ਗਿਆ ਔਰ ਪੰਜਾਬ ਪ੍ਰਧਾਨ ਆਲਰੇਡੀ ਹੈਗੇ ਨੇ। ਤਾਂ ਨਵਜੋਤ ਸਿੰਘ ਸਿੱਧੂ ਵੀ ਕਿਉਂਕਿ ਕਿਤੇ ਨਾ ਕਿਤੇ ਇਸ ਤਰ੍ਹਾਂ ਅਸੀਂ ਦੇਖਿਆ ਕਿ ਅਕਸਰ ਤੀਜੇ ਕਿਤੇ ਨੂੰ ਉਹ ਮੰਚ ਤੋਂ ਬੋਲਦੇ ਨਜ਼ਰ ਆਉਂਦੇ ਨੇ ਕਿ ਮੇਰੇ ਕੋਲੇ ਅਧਿਕਾਰ ਨਹੀਂ ਹੈ। ਕਦੇ ਉਹ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਕਿ ਮੈਂ ਹੋਮ ਮਿਨਿਸਟਰ ਹੁੰਦਾ ਤਾਂ ਮੈਂ ਅਕਾਲੀਆਂ ਨੂੰ ਅੰਦਰ ਕਰ ਦਿੰਦਾ ਤੇ ਮੇਰੇ ਕੋਲ ਤਾਂ ਸਿਰਫ ਜ਼ਿਲ੍ਹਾ ਪ੍ਰਧਾਨ ਲਾਉਣ ਦੀ ਪਾਵਰ ਹੈ ਤੇ ਉਹ 'ਚ ਵੀ ਲੱਤ ਅੜਾਈ ਜਾਂਦੀ ਹੈ। ਪਰ ਹੁਣ ਉਹਨਾਂ ਨੂੰ ਇਲੈਕਸ਼ਨ ਕਮੇਟੀ ਦਾ ਚੇਅਰਮੈਨ ਲਾ ਦਿੱਤਾ ਗਿਆ, ਯਾਨੀ ਵੱਡੀ ਭੂਮਿਕਾ ਜਿਹੜੀ ਹੈ ਉਹਨਾਂ ਦੀ ਰਹੇਗੀ ਇਸ ਪੂਰੀ ਚੋਣ ਪ੍ਰਕਿਰਿਆ 'ਚ। ਜਿਹੜੀ ਟਿਕਟਾਂ ਦੀ ਵੰਡ ਆ ਉਸ ਨੂੰ ਲੈ ਕੇ ਕਿਉਂਕਿ ਪ੍ਰਧਾਨ ਵੀ ਨੇ ਇਲੈਕਸ਼ਨ ਕਮੇਟੀ ਦਾ ਚੇਅਰਮੈਨ ਲਾ ਦਿੱਤਾ ਗਿਆ। ਪਰ ਅੱਜ ਸੁਨੀਲ ਜਾਖੜ ਦੀ ਪ੍ਰਧਾਨਗੀ ਵਾਲੀ ਮੀਟਿੰਗ ਆ ਜਿਹੜੀ ਕੰਪੇਨ ਕਮੇਟੀ ਹੈ। ਕੰਪੇਨ ਕਮੇਟੀ ਮੁੱਖ ਤੌਰ ਤੇ ਪ੍ਰਚਾਰ ਨੂੰ ਲੈ ਕੇ ਕੀ ਰਣਨੀਤੀ ਰਹਿਣੀ ਹੈ, ਕੀ ਕੁਝ ਚਰਚਾਵਾਂ ਹੋਣੀਆਂ ਨੇ, ਕਿਸ ਤਰ੍ਹਾਂ ਦੀ ਰਣਨੀਤੀ ਘੜ ਕੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਮੁੜ ਸੁਰਜੀਤ ਕਰਨਾ। ਬੇਸ਼ੱਕ ਨਵਜੋਤ ਸਿੰਘ ਸਿੱਧੂ ਜਦੋਂ ਮੀਡੀਆ ਨਾਲ ਗੱਲ ਕਰਦੇ ਨੇ ਤਾਂ ਸਭ, ਚਾਹੇ ਨਵਜੋਤ ਸਿੰਘ ਸਿੱਧੂ ਹੋਣ, ਚਾਹੇ ਸੁਨੀਲ ਜਾਖੜ ਹੋਣ, ਚਾਹੇ ਚਰਨਜੀਤ ਚੰਨੀ ਹੋਣ, ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕਿ ਬਈ ਸਭ ਅੱਛਾ ਹੈ, ਸਭ ਠੀਕ ਹੈ, ਅਸੀਂ ਮਿਲ ਕੇ ਕੰਮ ਕਰ ਰਹੇ ਹਾਂ। ਪਰ ਉਹ ਜਿੱਦਾਂ ਕਹਿੰਦੇ ਨੇ ਕਿ ਸ਼ਾਇਦ ਸਵਾਲ ਵੀ ਪੁੱਛਣੇ ਨਹੀਂ ਪੈਂਦੇ, ਕੋਈ ਸਾਨੂੰ ਵੀ ਜ਼ਿਆਦਾ ਘੋਖ ਪੜਤਾਲ ਕਰਨੀ ਨਹੀਂ ਪੈਂਦੀ, ਆਪਣੇ ਆਪ ਹੀ ਆਪਣੇ ਮੂੰਹੋਂ ਹੀ ਕੋਈ ਨਾ ਕੋਈ ਬਿਆਨ ਆ ਜਿਹੜਾ ਦੂਜੇ ਤੀਜੇ ਦਿਨ ਇਹਨਾਂ ਦੇ ਕਿਸੇ ਨਾ ਕਿਸੇ, ਚਾਹੇ ਸੁਨੀਲ ਜਾਖੜ ਹੋਣ, ਚਾਹੇ ਨਵਜੋਤ ਸਿੰਘ ਸਿੱਧੂ ਹੋਣ, ਤਾਂ ਉਹ ਜਿਹੜੀ ਏਕੇ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੀ ਹੈ ਲੀਡਰਸ਼ਿਪ, ਉਹ ਫਿਰ ਤੋਂ ਢਹਿ ਢੇਰੀ, ਏਕੇ ਵਾਲਾ ਮਹਿਲਾ ਜਿਹੜਾ ਉਹ ਫਿਰ ਤੋਂ ਢਹਿ ਢੇਰੀ ਹੋ ਜਾਂਦਾ। ਪਰ ਅੱਜ ਦੀ ਮੀਟਿੰਗ ਦੇ ਵਿੱਚ ਦੇਖਣਾ ਹੋਵੇਗਾ ਕਿ ਇੰਨੇ ਵਿਵਾਦਾਂ ਤੋਂ ਬਾਅਦ ਜਦੋਂ ਅੱਜ ਸੁਨੀਲ ਜਾਖੜ, ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਤਿੰਨੇ ਵੱਡੇ ਚਿਹਰੇ ਇਕੱਠੇ ਬੈਠ ਕੇ ਮੀਟਿੰਗ ਕਰਨਗੇ ਤਾਂ ਉਸ ਮੀਟਿੰਗ ਦੇ ਵਿੱਚ ਕਿਹੜੇ ਮੁੱਦਿਆਂ ਤੇ ਸਹਿਮਤੀ ਬਣੇਗੀ, ਕਿਸ ਤਰ੍ਹਾਂ ਦੀ ਰਣਨੀਤੀ ਘੜ ਕੇ ਬਾਹਰ ਲੈ ਕੇ ਆਉਣਗੇ, ਦੇਖਣਾ ਹੋਵੇਗਾ। ਕਿਉਂਕਿ ਇੱਕ ਚੀਜ਼ ਹੋਰ, ਤੁਸੀਂ ਨਵਜੋਤ ਸਿੰਘ ਸਿੱਧੂ ਦੀ ਹੁਣੇ ਜਦੋਂ ਨਵਜੋਤ ਸਿੰਘ ਸਿੱਧੂ ਦਾ ਬਿਆਨ ਅਸੀਂ ਸੁਣਾ ਰਹੇ ਸੀ ਤਾਂ ਉਸ ਬਿਆਨ ਦੇ ਵਿੱਚ ਤੁਸੀਂ ਦੇਖਿਆ ਕਿ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਲਗਾਤਾਰ ਮੁੱਖ ਮੰਤਰੀ ਦੇ ਪ੍ਰੋਗਰਾਮਾਂ ਦੇ ਵਿੱਚ ਚਾਹੇ ਅਧਿਆਪਕ ਹੋਣ ਉਹ ਵਿਰੋਧ ਕਰ ਰਹੇ ਨੇ, ਤਾਂ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਉਸ ਬਾਰੇ ਵੀ ਸਵਾਲ ਪੁੱਛਿਆ ਗਿਆ ਜਿਹੜੇ ਅਕਸਰ ਬੋਲਦੇ ਤਾਂ ਅੱਜ ਉਸ ਤੋਂ ਬਚਦੇ ਨਜ਼ਰ ਆਏ। ਉਹਨਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜੇ ਮੁਲਾਜ਼ਮ ਪ੍ਰੋਟੈਸਟ ਕਰਦੇ ਨੇ ਜਾਂ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਜਾਂ ਉਹਨਾਂ ਦੀ ਧੂਕੜੀਸ ਹੋ ਰਹੀ ਹੈ, ਤਾਂ ਕਹਿੰਦੇ ਕਿ ਇਹ ਸਿੱਧੇ ਤੌਰ ਤੇ ਕਿ ਇਹ ਕੋਈ ਵੱਡਾ ਅੱਜ ਦਾ ਇਸ਼ੂ ਨਹੀਂ ਹੈ, ਅੱਜ ਸਾਡੀ ਪਾਰਟੀ ਨੂੰ ਕਿਵੇਂ ਮਜ਼ਬੂਤ ਕਰਨਾ ਉਹ ਮੇਨ ਇਸ਼ੂ ਆ। ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਕਿਤੇ ਨਾ ਕਿਤੇ ਕਹਿ ਸਕਦੇ ਕਿ ਅੱਜ ਮੀਟਿੰਗ ਦੇ ਵਿੱਚ ਕੀ ਚਰਚਾਵਾਂ ਹੋਣਗੀਆਂ, ਕੀ ਰਣਨੀਤੀ ਘੜੀ ਜਾਵੇਗੀ, ਕਿਵੇਂ
ਪਾਰਟੀ ਨੂੰ ਇੱਕ ਵਾਰੀ ਫਿਰ ਤੋਂ ਬਾਹਰ ਆ ਕੇ ਦਾਅਵਾ ਕਰਨਗੇ ਮਜ਼ਬੂਤ ਕਰਨ ਦਾ, ਪਰ ਕੀ ਵਾਕਈ ਇਕੱਠੇ ਹੋਣਗੇ? ਕਿਉਂਕਿ ਚੋਣਾਂ ਹੁਣ ਬਿਲਕੁਲ ਸਿਰ ਤੇ ਨੇ। ਮੈਂ 10-15 ਦਿਨ ਦੀ ਸਰਕਾਰ ਕਹਿ ਸਕਦੇ ਹਾਂ, ਕਿਉਂਕਿ ਕਿਸੇ ਵਕਤ ਵੀ ਚੋਣ ਜ਼ਾਬਤਾ ਜਿਹੜਾ ਉਹ ਲੱਗ ਸਕਦਾ। ਔਰ ਅਜਿਹੇ ਹਾਲਾਤਾਂ ਦੇ ਵਿੱਚ ਇਹਨਾਂ 10-15 ਦਿਨਾਂ ਦੇ ਵਿੱਚ ਕਿਸ ਤਰ੍ਹਾਂ ਰਣਨੀਤੀ ਘੜ ਕੇ ਪੰਜਾਬ ਦੇ ਵਿੱਚ ਪ੍ਰੋਜੈਕਟ ਕਰਦੇ ਨੇ ਕਾਂਗਰਸ ਨੂੰ, ਉਹ ਦੇਖਣਾ ਹੋਏਗਾ। ਔਰ ਮੀਟਿੰਗ ਖਤਮ ਹੁੰਦਾ ਹੀ ਕਾਫੀ ਚੀਜ਼ਾਂ ਜਿਹੜੀਆਂ ਨੇ ਅਪਡੇਟ ਹੋਣਗੀਆਂ, ਸਾਡੇ ਦਰਸ਼ਕਾਂ ਤੱਕ ਜਾਣਕਾਰੀ ਪਹੁੰਚਾਵਾਂਗੇ। ਗੌਰਵ। ਠੀਕ ਹੈ ਨਪਿੰਦਰ, ਧੰਨਵਾਦ ਫਿਲਹਾਲ ਦੇ ਲਈ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਜਾਣਕਾਰੀ ਦੇ ਲਈ। ਤਾਂ ਜਿਸ ਤਰ੍ਹਾਂ ਜ਼ਿਕਰ ਅਸੀਂ ਲਗਾਤਾਰ ਕਰ ਰਹੇ ਹਾਂ ਕਿ ਬਹੁਤ ਅਹਿਮ ਮੀਟਿੰਗ ਹੈ ਕਾਂਗਰਸ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਇਸ ਨੂੰ, ਤੇ ਜਿਹੜੇ ਵੱਡੇ ਆਗੂ ਨੇ ਕਾਂਗਰਸ ਦੇ, ਉਹ ਸੁਨੀਲ ਜਾਖੜ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ, ਤਾਂ ਇੱਕ ਟੇਬਲ ਦੇ ਉੱਤੇ ਬੈਠ ਕੇ ਗੱਲਬਾਤ ਕਰ ਰਹੇ ਨੇ। ਤੇ ਅੱਜ ਗੱਲਬਾਤ ਦੇ ਵਿੱਚ ਕੀ ਕੁਝ ਨਿਕਲਦਾ, ਅੱਗੇ ਇਲੈਕਸ਼ਨ ਨੂੰ ਕਿਵੇਂ ਲੈ ਕੇ ਰਣਨੀਤੀ ਬਣਾਈ ਜਾਂਦੀ ਹੈ ਕਾਂਗਰਸ ਦੇ ਵੱਲੋਂ, ਬਹੁਤ ਕੁਝ ਅੱਜ ਖਾਸ ਕਾਂਗਰਸ ਦੇ ਨਜ਼ਰੀਏ ਤੋਂ ਇਸ ਮੀਟਿੰਗ ਦੇ ਵਿੱਚ ਰਹਿਣ ਵਾਲਾ ਹੈ। ਖਾਸ ਇਹ ਵੀ ਹੈ ਕਿ ਸ਼ਾਮ 4 ਵਜੇ ਨਵਜੋਤ ਸਿੰਘ ਸਿੱਧੂ ਜਿਹੜੇ ਜ਼ਿਲ੍ਹਾ ਪ੍ਰਧਾਨ ਐਲਾਨੇ ਗਏ ਨੇ ਇੱਕ ਦਿਨ ਪਹਿਲਾਂ, ਉਹਨਾਂ ਦੇ ਨਾਲ ਵੀ ਮੀਟਿੰਗ ਕਰਨਗੇ। वक्त के साथ साथ कुछ चीज़ों की अहमियत बढ़ जाती है। अहमियत कैंपेन कमेटी की इलेक्शन नज़दीक आने से और भी बढ़ जाती है। तो ये बहुत इम्पॉर्टेंट मीटिंग है। ख़ास तौर पे इसमें जाखड़ साहब की शमूलियत हुई है। संगठित हुई शक्ति जीत का कारण बनती है, विभाजित हुई शक्ति पतन का कारण बनती है। मेरे फादर साहब की जब बुक रिलीज़ हुई थी तो बलराम जाखड़ साहब ने की थी, तो उनकी एक पुरानी विरासत है, एक लेगेसी है। सयाने आदमी, गहरे हैं, इसलिए उनकी जो शमूलियत कैंपेन कमेटी द्वारा कांग्रेस के फोरफ्रंट में हुई है, मैं इसका स्वागत करता हूं। ख़ास तौर पे राहुल जी और प्रियंका जी और कांग्रेस प्रेसिडेंट जब बाजवा साहब, प्रताप बाजवा जी और जाखड़ साहब को लेके आए हैं, तो कांग्रेस इससे मजबूत हुई है। ਹੁਣ ਅੱਗੇ ਵਧਦੇ ਹਾਂ ਤੇ ਗੱਲ ਆਮ ਆਦਮੀ ਪਾਰਟੀ ਦੀ ਕਰਾਂਗੇ। ਅਰਵਿੰਦ ਕੇਜਰੀਵਾਲ ਪੰਜਾਬ ਪਹੁੰਚੇ ਨੇ, ਥੋੜੀ ਦੇਰ ਦੇ ਵਿੱਚ ਜਲੰਧਰ ਪਹੁੰਚਣਗੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ। ਤਿਰੰਗਾ ਯਾਤਰਾ ਅੱਜ ਜਲੰਧਰ ਦੇ ਵਿੱਚ ਦੁਆਬੇ ਦੀ ਧਰਤੀ ਦੇ ਉੱਤੇ ਆਮ ਆਦਮੀ ਪਾਰਟੀ ਕੱਢੇਗੀ। ਅਰਵਿੰਦ ਕੇਜਰੀਵਾਲ ਉਸ ਦੀ ਅਗਵਾਈ ਕਰਨਗੇ ਤਿਰੰਗਾ ਯਾਤਰਾ ਦੀ, ਤੇ ਪਾਰਟੀ ਵਰਕਰਾਂ ਦੇ ਵਿੱਚ ਦੇਸ਼ ਭਗਤੀ ਦਾ ਜਜ਼ਬਾ ਭਰਨਗੇ। ਖਾਸ ਇਹ ਵੀ ਹੈ ਕਿ ਇਲੈਕਸ਼ਨ ਦੇ ਮੌਸਮ ਦੇ ਵਿੱਚ ਕੇਜਰੀਵਾਲ ਲਗਾਤਾਰ ਪੰਜਾਬ ਆ ਰਹੇ ਨੇ, ਤੇ ਤਿਰੰਗਾ ਯਾਤਰਾ ਦੇ ਜ਼ਰੀਏ ਵੀ ਪੰਜਾਬ ਵਾਸੀਆਂ ਤੱਕ, ਪੰਜਾਬ ਦੇ ਵੋਟਰਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਹੈ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਪਠਾਨਕੋਟ ਦੇ ਵਿੱਚ ਤਿਰੰਗਾ ਯਾਤਰਾ ਆਮ ਆਦਮੀ ਪਾਰਟੀ ਨੇ ਕੱਢੀ ਸੀ, ਜਿਸ ਦੇ ਵਿੱਚ ਅਰਵਿੰਦ ਕੇਜਰੀਵਾਲ ਪਹੁੰਚੇ ਹੋਏ ਸਨ। ਤੇ ਅੱਜ ਤਿਰੰਗਾ ਯਾਤਰਾ ਦੀ ਤਿਆਰੀ ਕੀਤੀ ਜਾ ਰਹੀ ਹੈ ਜਲੰਧਰ ਦੇ ਵਿੱਚ। ਤਾਂ ਪਹਿਲਾਂ ਮਾਝੇ ਦੀ ਧਰਤੀ, ਅੱਜ ਦੁਆਬੇ ਦੀ ਧਰਤੀ, ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਕੱਲ ਲੰਬੀ ਪਹੁੰਚਣਗੇ। ਲੰਬੀ ਵਿਧਾਨ ਸਭਾ ਹਲਕੇ ਦੇ ਵਿੱਚ ਜੋ ਬਾਦਲਾਂ ਦਾ ਗੜ ਕਿਹਾ ਜਾਂਦਾ, ਉੱਥੇ ਵੀ ਅਰਵਿੰਦ ਕੇਜਰੀਵਾਲ ਦੇ ਜਾਣ ਦਾ ਪ੍ਰੋਗਰਾਮ ਹੈ। 2 ਦਿਨਾਂ ਦਾ ਅਰਵਿੰਦ ਕੇਜਰੀਵਾਲ ਦਾ ਇਹ ਪੰਜਾਬ ਦੌਰਾ ਹੈ। ਅੰਮ੍ਰਿਤਸਰ 에ਅਰਪੋਰਟ ਜਦੋਂ ਪਹੁੰਚੇ ਨੇ, ਉੱਥੇ ਦੀਆਂ ਉਸ ਸਮੇਂ ਦੀਆਂ ਤਸਵੀਰਾਂ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਅੰਮ੍ਰਿਤਸਰ ਬਾਈ 에ਅਰ ਪਹੁੰਚੇ ਤੇ ਉਸ ਤੋਂ ਬਾਅਦ ਬਾਈ ਰੋਡ ਜਲੰਧਰ ਤੱਕ। ਤਾਂ ਥੋੜੀ ਦੇਰ ਦੇ ਵਿੱਚ, ਕੁਝ ਹੀ ਸਮੇਂ ਦੇ ਵਿੱਚ ਜਲੰਧਰ ਪਹੁੰਚ ਜਾਣਗੇ ਅਰਵਿੰਦ ਕੇਜਰੀਵਾਲ। जलंधर जा रहे हैं और जलंधर में तिरंगा यात्रा निकालेंगे। मेरी सब लोगों से अपील है कि ज़्यादा से ज़्यादा संख्या में तिरंगा यात्रा में शामिल हों। पंजाब शहीदों की धरती है और पंजाब ने बहुत बड़े बड़े स्वतंत्रता सेनानी पैदा किए। उन सबकी याद में तिरंगा यात्रा निकलेगी देशभक्ति के लिए। पंजाब ने एक आतंकवाद का दौर भी देखा। कोई भी पंजाबी नहीं चाहता कि ऐसा दौर दोबारा आए। सब लोगों ने बहुत मुसीबतें सही। तो पंजाब की अमन शांति के लिए, चैन के लिए, पंजाब के भविष्य के लिए आज तिरंगा यात्रा निकालेंगे। सब लोग उसमें ज़्यादा से ज़्यादा संख्या में शामिल होंगे। ਤਾਂ ਥੋੜੀ ਦੇਰ ਦੇ ਵਿੱਚ ਜਲੰਧਰ ਪਹੁੰਚਣਗੇ ਅਰਵਿੰਦ ਕੇਜਰੀਵਾਲ। ਤੁਹਾਨੂੰ ਜਲੰਧਰ ਲੈ ਕੇ ਚੱਲਾਂਗੇ। ਸਿੱਧਾ ਰੁਖ ਕਰਦੇ ਹਾਂ ਫਿਲਹਾਲ ਡੇਰਾ ਬਾਬਾ ਨਾਨਕ ਦਾ। ਮਾਝੇ ਦੀ ਧਰਤੀ ਉੱਤੇ ਅੱਜ ਸੁਖਬੀਰ ਬਾਦਲ ਪਹੁੰਚੇ ਹੋਏ ਨੇ, ਰੋਡ ਸ਼ੋਅ ਕਰ ਰਹੇ ਨੇ, ਉਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਬਾਹਰ ਨਿਕਲ ਚੁੱਕੇ ਨੇ। ਉਹ ਡੇਰਾ ਬਾਬਾ ਨਾਨਕ ਇਤਿਹਾਸਕ ਨਗਰੀ ਆ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਨਗਰੀ ਆ, ਔਰ ਹਲਕਾ ਵੀ ਡੇਰਾ ਬਾਬਾ ਨਾਨਕ ਹੀ ਆ। ਔਰ ਇੱਥੇ ਪ੍ਰਮਾਤਮਾ ਵੱਲੋਂ ਪੂਰਾ ਆਸ਼ੀਰਵਾਦ ਦਿੱਤਾ ਗਿਆ। ਸਰਦਾਰ ਸੁਖਬੀਰ ਸਿੰਘ ਬਾਦਲ, ਤੁਸੀਂ ਦੇਖੋ ਹਜ਼ਾਰਾਂ ਨੌਜਵਾਨ ਪਿੱਛੇ ਨੇ, ਹਜ਼ਾਰਾਂ ਨੌਜਵਾਨ ਅੱਗੇ ਨੇ। ਉਹ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ, ਉਹ 1.5 ਘੰਟਾ ਹੋ ਗਿਆ। ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਆ ਆਪਣੇ ਕਾਫਲੇ ਤੋਂ ਜਿਹੜਾ ਅੱਗੇ ਇਹ ਤਸਵੀਰਾਂ ਡੇਰਾ ਬਾਬਾ ਨਾਨਕ ਤੋਂ ਦਿਖਾ ਰਹੇ ਹਾਂ ਤੁਹਾਨੂੰ। ਸੁਖਬੀਰ ਸਿੰਘ ਬਾਦਲ ਪਹੁੰਚੇ ਹੋਏ ਨੇ
ਉੱਥੇ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਤਾਂ ਪੂਰਾ ਇਲੈਕਸ਼ਨ ਦਾ ਮੋੜ ਇਸ ਸਮੇਂ ਪੰਜਾਬ ਦੇ ਵਿੱਚ ਨਜ਼ਰ ਆ ਰਿਹਾ ਹੈ। ਸਿਆਸੀ ਅਖਾੜਾ ਪੰਜਾਬ ਦੇ ਵਿੱਚ ਪੂਰਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਤਸਵੀਰਾਂ ਦੱਸਣ ਦੇ ਲਈ ਕਾਫੀ ਨੇ। ਕੱਲ ਮੋਗਾ ਦੇ ਵਿੱਚ ਇਤਿਹਾਸਿਕ ਰੈਲੀ, ਅਕਾਲੀ ਦਲ ਨੇ ਦਾਅਵਾ ਕੀਤਾ ਕਿ ਸਾਡੀ ਇਹ ਰੈਲੀ ਇਤਿਹਾਸਿਕ ਹੈ ਤੇ ਮੋਗਾ ਦੇ ਵਿੱਚ ਰੈਲੀ ਤੋਂ ਬਾਅਦ ਹੁਣ ਪੂਰੇ ਇਲੈਕਸ਼ਨ ਮੋਡ ਦੇ ਵਿੱਚ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ। ਰੋਡ ਸ਼ੋਅ ਦੇ ਜ਼ਰੀਏ ਮਾਝੇ ਦੀ ਧਰਤੀ ਦੇ ਉੱਤੇ ਡੇਰਾ ਬਾਬਾ ਨਾਨਕ ਦੇ ਵਿੱਚ ਪਹੁੰਚ ਕਰਨ ਦੀ ਕੋਸ਼ਿਸ਼ ਹੈ। ਡੇਰਾ ਬਾਬਾ ਨਾਨਕ ਇਸ ਕਰਕੇ ਵੀ ਅਹਿਮ ਤੇ ਖਾਸ ਹੋ ਜਾਂਦਾ ਹੈ ਕਿਉਂਕਿ ਇਸ ਹਲਕੇ ਤੋਂ ਹੀ ਸੁਖਜਿੰਦਰ ਸਿੰਘ ਰੰਧਾਵਾ ਪਹੁੰਚਦੇ ਨੇ ਵਿਧਾਨ ਸਭਾ, ਯਾਨੀ ਕਿ ਪਿਛਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਵੱਡੇ ਪੱਧਰ ਤੇ ਵੇਖੋ ਲੋਕ ਆ ਚੁੱਕੇ ਨੇ। ਤੇ ਖਾਸ ਇਹ ਵੀ ਹੈ ਕਿ ਮਾਝੇ ਦਾ ਹੀ ਜ਼ਿਕਰ ਕਰੀਏ ਤਾਂ ਮਾਝੇ ਦੇ ਵਿੱਚ ਅਕਾਲੀ ਦਲ ਦੀ ਪੋਜੀਸ਼ਨ ਪਿਛਲੀ ਵਾਰ ਕੋਈ ਜ਼ਿਆਦਾ ਵਧੀਆ ਨਹੀਂ ਰਹੀ ਸੀ। ਆਮ ਆਦਮੀ ਪਾਰਟੀ ਦਾ ਖਾਤਾ ਵੀ ਨਹੀਂ ਖੁੱਲਿਆ ਸੀ, ਜਦਕਿ ਅਕਾਲੀ ਦਲ ਦੇ ਹਿੱਸੇ ਕੁਝ ਹੀ ਸੀਟਾਂ ਆਈਆਂ ਸਨ। ਕਾਂਗਰਸ ਨੇ ਇੱਕ ਤਰੀਕੇ ਨਾਲ ਉੱਥੇ ਸਵੀਪ ਹੀ ਕਰ ਦਿੱਤਾ ਸੀ। ਕਲੀਨ ਸਵੀਪ ਵਾਲੇ ਪਾਸੇ ਕਾਂਗਰਸ ਵਧੀ ਸੀ, ਕੁਝ ਸੀਟਾਂ ਨੂੰ ਛੱਡ ਕੇ ਸਾਰੀਆਂ ਕਾਂਗਰਸ ਦੀ ਝੋਲੀ ਦੇ ਵਿੱਚ ਪਈਆਂ ਸਨ ਜਾਂ ਬੀਜੇਪੀ ਦੇ ਹਿੱਸੇ ਇੱਕ ਸੀਟ ਆਈ ਸੀ ਸੁਜਾਨਪੁਰ ਦੀ। ਤਾਂ ਕਿਤੇ ਨਾ ਕਿਤੇ ਇਸ ਵਾਰ ਫੋਕਸ ਅਕਾਲੀ ਦਲ ਵੀ ਮਾਝੇ ਦੀ ਧਰਤੀ ਦੇ ਉੱਤੇ ਕਰ ਰਿਹਾ ਹੈ। 2012 ਦੇ ਵਿੱਚ ਜਦੋਂ ਸਰਕਾਰ ਬਣੀ ਅਕਾਲੀ ਦਲ ਦੀ, 2007 ਤੋਂ ਬਾਅਦ ਲਗਾਤਾਰ ਦੂਜੀ ਵਾਰ, ਤਾਂ ਮਾਝੇ ਦੀ ਧਰਤੀ, ਮਾਝੇ ਦੇ ਵੋਟਰਾਂ ਦਾ ਇੱਕ ਚੰਗਾ ਰੋਲ ਰਿਹਾ ਸੀ, ਬਹੁਤ ਵੱਡਾ ਰੋਲ ਰਿਹਾ ਸੀ ਅਕਾਲੀ ਦਲ ਦੀ ਸਰਕਾਰ ਬਣਾਉਣ ਦੇ ਵਿੱਚ। ਪਰ 2017 ਦੇ ਵਿੱਚ ਉੱਥੋਂ ਸੀਟਾਂ ਨਹੀਂ ਮਿਲੀਆਂ। ਹਾਲਾਂਕਿ ਆਲ ਓਵਰ ਪੰਜਾਬ ਦਾ ਹੀ ਅਸੀਂ ਜ਼ਿਕਰ ਕਰੀ ਤਾਂ ਕਰੀਬ 15 ਸੀਟਾਂ ਹੀ 117 ਦੇ ਵਿੱਚੋਂ ਅਕਾਲੀ ਦਲ ਨੂੰ ਮਿਲੀਆਂ ਸਨ ਤੇ ਤੀਜੇ ਨੰਬਰ ਦੇ ਉੱਤੇ ਅਕਾਲੀ ਦਲ ਪਹੁੰਚ ਗਿਆ ਸੀ 2017 ਦੇ ਵਿੱਚ। ਪਰ 2022 ਚ ਅਕਾਲੀ ਦਲ ਦਾਅਵਾ ਕਰ ਰਿਹਾ ਸੀ ਕਿ ਅਸੀਂ ਸੱਤਾ ਦੇ ਵਿੱਚ ਵਾਪਸੀ ਕਰਾਂਗੇ। ਔਰ ਸੁਖਬੀਰ ਸਿੰਘ ਬਾਦਲ ਇੱਕ ਦਿਨ ਪਹਿਲਾਂ ਮੋਗਾ ਦੇ ਵਿੱਚ ਵੀ ਇਹ ਜ਼ਿਕਰ ਕਰਦੇ ਨਜ਼ਰ ਆਏ ਕਿ ਵਿਕਾਸ ਕਾਰਜ ਤਾਂ ਸਿਰਫ ਅਕਾਲੀ ਦਲ ਨੇ ਕਰਾਏ ਨੇ। ਖੈਰ ਆਪੋ ਆਪਣੇ ਤਰੀਕੇ ਨਾਲ ਦਾਅਵੇ ਖੂਬ ਕੀਤੇ ਜਾ ਰਹੇ ਨੇ ਸਿਆਸੀ ਪਾਰਟੀਆਂ ਦੇ ਵੱਲੋਂ, ਪਰ ਦੇਖਣਾ ਹੋਵੇਗਾ ਕਿ ਆਖਿਰ ਕਿਸ ਤਰੀਕੇ ਨਾਲ ਜਨਤਾ ਤੱਕ ਪਹੁੰਚ ਹੁੰਦੀ ਹੈ ਤੇ ਜਨਤਾ ਜਿਹੜੀ ਵੋਟਰ ਨੇ ਪੰਜਾਬ ਦੇ, ਉਹ ਕਿਸ ਦੇ ਉੱਤੇ ਭਰੋਸਾ ਕਰਦੇ ਨੇ। ਇੰਨੀ ਵੱਡੀ ਲਹਿਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਲੋਕ ਭਲਾਈ ਨੀਤੀਆਂ ਨੇ, ਸਪਸ਼ਟ ਨੀਤੀਆਂ ਨੇ, ਔਰ ਜਿਹੜਾ ਮੂੰਹੋਂ ਗੱਲ ਕੱਢਦੇ ਨੇ ਉਹ ਵਚਨਾਂ ਤੇ ਖੜਦੇ ਨੇ। ਇਹ ਨੌਜਵਾਨਾਂ ਨੂੰ ਭਰੋਸਾ, ਇਹ ਲੋਕ ਜਿਹੜੇ ਨੇ ਪਿਛਲੇ 5 ਸਾਲ ਜਿਹੜੇ ਗੱਲਾਂ ਚ ਆ ਕੇ ਝੂਠੀਆਂ ਤਾਂ ਅਸੀਂ ਵੱਖ-ਵੱਖ ਤਸਵੀਰਾਂ ਤੁਹਾਡੇ ਤੱਕ ਪਹੁੰਚਾਵਾਂਗੇ ਕਿਸ ਤਰੀਕੇ ਨਾਲ ਮੰਥਨ ਇਸ ਸਮੇਂ ਚੱਲ ਰਿਹਾ ਹੈ। ਕਾਂਗਰਸ ਦਾ ਅਕਾਲੀ ਦਲ ਦੀ ਰੈਲੀ, ਰੋਡ ਸ਼ੋਅ ਦੇ ਜ਼ਰੀਏ ਲੋਕਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼, ਤੇ ਦੂਜੇ ਪਾਸੇ ਇਸ ਥਾਣੇ ਦੇ ਬਾਹਰ ਡੇਰਾ ਬਾਬਾ ਨਾਨਕ ਤੁਸੀਂ ਨੌਜਵਾਨ ਜਿਹੜੇ ਨੇ ਕਿਦਾਂ, ਤੁਸੀਂ ਦੇਖੋ ਦੂਰ ਤੱਕ ਦੇਖੋ, ਦੂਰ ਤੱਕ ਜਿਹੜਾ ਡੇਰਾ ਅਰਵਿੰਦ ਕੇਜਰੀਵਾਲ ਵੀ ਪੰਜਾਬ ਪਹੁੰਚੇ ਨੇ, ਥੋੜੀ ਦੇਰ ਦੇ ਵਿੱਚ ਜਲੰਧਰ ਪਹੁੰਚਣਗੇ। ਤੀਜੀ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ, ਇਹ ਤਸਵੀਰ ਅੰਮ੍ਰਿਤਸਰ 에ਅਰਪੋਰਟ ਦੀ। ਅੰਮ੍ਰਿਤਸਰ ਜਦੋਂ 에ਅਰਪੋਰਟ ਦੇ ਉੱਤੇ ਪਹੁੰਚਣਗੇ ਤੇ ਥੋੜੀ ਦੇਰ ਦੇ ਵਿੱਚ ਕੇਜਰੀਵਾਲ ਡੇਰਾ ਬਾਬਾ ਨਾਨਕ ਦਾ ਉਥੋਂ ਤੱਕ ਇਕੱਠ ਹੋ ਚੁੱਕਾ ਔਰ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਨੂੰ ਅੱਗੇ ਲਿਆਉਣ ਦੇ ਲਈ ਹਜ਼ਾਰਾਂ ਨੌਜਵਾਨਾਂ ਨੂੰ ਡਾਈਵਰਟ ਕਰ ਦਿੱਤਾ ਗਿਆ। ਮਜਬੂਰਨ ਹੱਥ ਜੋੜ ਕੇ ਉਹਨਾਂ ਨੂੰ ਵਾਪਸ ਮੋੜਿਆ ਗਿਆ ਕਿ ਤਾਂ ਇਸ ਸਮੇਂ ਸਿਆਸੀ ਹਲਚਲ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਉਹ ਤੁਹਾਨੂੰ ਦਿਖਾ ਰਹੇ ਹਾਂ। ਪੂਰਾ ਸਿਆਸੀ ਮਾਹੌਲ ਇਸ ਸਮੇਂ ਪੰਜਾਬ ਦੇ ਵਿੱਚ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਪਹਿਲੀ ਤਸਵੀਰ ਨਵਜੋਤ ਸਿੰਘ ਸਿੱਧੂ ਤੁਹਾਨੂੰ ਨਜ਼ਰ ਆ ਰਹੇ ਨੇ, ਜਿੱਥੇ ਉਹ ਕਾਂਗਰਸ ਭਵਨ ਪਹੁੰਚੇ। ਪੰਜਾਬ ਕਾਂਗਰਸ ਭਵਨ ਦੇ ਵਿੱਚ ਇਸ ਸਮੇਂ ਮੰਥਨ ਜਾਰੀ ਹੈ। ਕਾਂਗਰਸ ਦੀ ਜਿਹੜੀ ਇਲੈਕਸ਼ਨ ਕੈਂਪੇਨ ਕਮੇਟੀ ਬਣਾਈ ਗਈ, ਜਿਸ ਦਾ ਚੇਅਰਮੈਨ ਲਗਾਇਆ ਗਿਆ ਸੁਨੀਲ ਜਾਖੜ ਨੂੰ, ਤੇ ਉਹਨਾਂ ਦੀ ਅਗਵਾਈ ਦੇ ਵਿੱਚ ਇਸ ਸਮੇਂ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚੰਨੀ ਵੀ ਪਹੁੰਚੇ ਹੋਏ ਨੇ ਤੇ ਇਸ ਸਮੇਂ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਪੂਰਾ ਮੰਥਨ ਹੋ ਰਿਹਾ ਹੈ। ਤੇ ਇਸ ਦੇ ਨਾਲ ਆਮ ਆਦਮੀ ਪਾਰਟੀ ਵੀ ਪੂਰਾ ਜ਼ੋਰ ਲਗਾ ਰਹੀ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਪੰਜਾਬ ਪਹੁੰਚੇ ਹੋਏ ਨੇ, ਥੋੜੀ ਦੇਰ ਚ ਜਲੰਧਰ ਪਹੁੰਚਣਗੇ ਤੇ ਉਧਰ ਡੇਰਾ ਬਾਬਾ ਨਾਨਕ ਦੇ ਵਿੱਚ ਸੁਖਬੀਰ ਸਿੰਘ ਬਾਦਲ ਰੋਡ ਸ਼ੋਅ ਕਰ ਰਹੇ ਨੇ, ਲੋਕਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਹੈ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ। ਇਸ ਮਹਾ ਕਵਰੇਜ ਦੇ ਉੱਤੇ ਸੂਬੇ ਦੇ ਸਿਆਸੀ ਮਾਹੌਲ ਤੇ ਉੱਤੇ ਹਰ ਹਲਚਲ ਦੇ ਉੱਤੇ ਪੂਰੀ ਨਜ਼ਰ ਬਣੀ ਹੋਈ ਹੈ। ਅਪਡੇਟ ਤੁਹਾਨੂੰ ਕਰਾਂਗੇ ਛੋਟੇ ਜਿਹੇ ਬ੍ਰੇਕ ਤੋਂ ਵੀ ਬਾਅਦ।